बिस्मिल्लाहिर्रहमानिर्रहीम। अस्सलाम वालेकुम। मालिक बिन दिनार एक बहुत ਵੱਡੇ ਬਜ਼ੁਰਗ ਹੋਏ ਨੇ। ਉਹ ਲੋਕਾਂ ਨੂੰ ਦੀਨ ਇਸਲਾਮ ਦੀ ਤਬਲੀਗ ਕਰਦੇ ਰਹਿੰਦੇ ਹੁੰਦੇ ਸੀ। ਉਹ ਇਹ ਗੱਲ ਕਹਿੰਦੇ ਹੁੰਦੇ ਸੀ ਵੀ ਜਦੋਂ ਵੀ ਮੰਗਣਾ ਹੈ ਅੱਲਾਹ ਕੋਲੋਂ ਮੰਗਣਾ ਹੈ। ਅੱਲਾਹ ਤੋਂ ਇਲਾਵਾ ਕੋਈ ਜ਼ਾਤ ਕਿਸੇ ਨੂੰ ਕੁਝ ਨਹੀਂ ਦੇ ਸਕਦੀ ਤੇ ਸਾਰੀਆਂ ਦੁਆਵਾਂ ਜਿਹੜੀਆਂ ਨੇ ਅੱਲਾਹ ਕੋਲੋਂ ਹੀ ਪੂਰੀਆਂ ਕਰਵਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਅੱਲਾਹ ਤੋਂ ਇਲਾਵਾ ਕੋਈ ਦੁਆ ਨਹੀਂ ਸੁਣ ਸਕਦਾ। ਇੱਕ ਦਿਨ ਲੋਕਾਂ ਨੇ ਮਾਲਿਕ ਬਿਨ ਦਿਨਾਰ ਨੂੰ ਇੱਕ ਸਵਾਲ ਕਰ ਦਿੱਤਾ ਵੀ ਤੁਸੀਂ ਸਾਨੂੰ ਹਰ ਵਕਤ ਇਹ ਗੱਲ ਕਹਿੰਦੇ ਜੇ ਵੀ ਸਾਰੀਆਂ ਦੁਆਵਾਂ ਅੱਲਾਹ ਕੋਲੋਂ ਹੀ ਮੰਗਣੀਆਂ ਚਾਹੀਦੀਆਂ ਨੇ, ਤੇ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਐਸਾ ਮੁਸ਼ਾਹਿਦਾ ਸਾਨੂੰ ਦੱਸੋ ਵੀ ਤੁਹਾਡੇ ਸਾਹਮਣੇ ਕਿਸੇ ਦੀ ਦੁਆ ਕਬੂਲ ਹੋਈ ਹੋਵੇ। ਮਾਲਿਕ ਬਿਨ ਦਿਨਾਰ ਕਹਿੰਦੇ ਨੇ ਵੀ ਮੇਰੇ ਕੋਲ ਬਹੁਤ ਜ਼ਿਆਦਾ ਵਾਕਿਆਤ ਨੇ ਇਸ ਕਿਸਮ ਦੇ, ਲੇਕਿਨ ਮੈਂ ਤੁਹਾਡੇ ਸਾਹਮਣੇ ਦੋ ਦੁਆਵਾਂ ਜਿਹੜੀਆਂ ਨੇ ਉਹ ਰੱਖਾਂਗਾ ਜਿਹੜੀਆਂ ਮੇਰੇ ਸਾਹਮਣੇ ਪੂਰੀਆਂ ਹੋਈਆਂ ਨੇ ਤੇ ਇੱਕ ਹੀ ਬੰਦੇ ਦੀਆਂ ਪੂਰੀਆਂ ਹੋਈਆਂ ਨੇ। ਮਾਲਿਕ ਬਿਨ ਦਿਨਾਰ ਕਹਿੰਦੇ ਨੇ ਇੱਕ ਦਿਨ ਮੈਂ ਬਸਰਾ ਦੀ ਜਾਮੇ ਮਸਜਿਦ ਦੇ ਵਿੱਚ ਗਿਆ ਤੇ ਮੈਂ ਦੇਖਿਆ ਵੀ ਮਸਜਿਦ ਲੋਕਾਂ ਦੇ ਨਾਲ ਭਰੀ ਤੇ ਲੋਕ ਉੱਥੇ ਇਸ ਵਾਸਤੇ ਜਮ੍ਹਾਂ ਨੇ, ਬਾਰਿਸ਼ ਨਹੀਂ ਹੋ ਰਹੀ ਤੇ ਅੱਲਾਹ ਕੋਲੋਂ ਬਾਰਿਸ਼ ਵਾਸਤੇ ਦੁਆ ਕਰਨ ਵਾਸਤੇ ਸਾਰੇ ਲੋਕ ਮਸਜਿਦ ਵਿੱਚ ਤਸ਼ਰੀਫ ਫਰਮਾ ਨੇ ਤੇ ਅੱਲਾਹ ਅੱਗੇ ਦੁਆ ਕਰ ਰਹੇ ਨੇ ਕਿ ਯਾ ਅੱਲਾਹ ਬਾਰਿਸ਼ ਬਰਸਾ ਦੇ। ਇਹ ਲੋਕ ਜ਼ੋਹਰ ਤੋਂ ਪਹਿਲਾਂ ਹੀ ਉੱਥੇ ਪਹੁੰਚ ਗਏ ਸੀ ਤੇ ਜ਼ੋਹਰ ਤੱਕ ਦੁਆਵਾਂ ਕਰਦੇ ਰਹੇ, ਲੇਕਿਨ ਬਾਰਿਸ਼ ਨਾ ਬਰਸੀ। ਜ਼ੋਹਰ ਤੋਂ ਲੈ ਕੇ ਅਸਰ ਤੱਕ ਦੁਆ ਕਰਦੇ ਰਹੇ, ਲੇਕਿਨ ਬਾਰਿਸ਼ ਨਾ ਬਰਸੀ। ਅਸਰ ਤੋਂ ਲੈ ਕੇ ਮਗਰਬ ਤੱਕ, ਮਗਰਬ ਤੋਂ ਲੈ ਕੇ ਅਸ਼ਾ ਤੱਕ ਇਹਨਾਂ ਨੇ ਦੁਆ ਕੀਤੀ, ਆਪਣੇ ਗੁਨਾਹਾਂ ਦੀਆਂ ਮਾਫੀਆਂ ਮੰਗੀਆਂ, ਰੋ ਰੋ ਕੇ ਅੱਲਾਹ ਅੱਗੇ ਦੁਆਵਾਂ ਕੀਤੀਆਂ, ਲੇਕਿਨ ਬਾਰਿਸ਼ ਨਹੀਂ ਬਰਸੀ। ਅੱਗੋਂ ਰਾਤ ਦਾ ਵਕਤ ਹੋ ਗਿਆ ਤੇ ਇਹ ਲੋਕ ਆਪਣੀ ਦੁਆ ਮੁਕੰਮਲ ਕਰਕੇ ਤੇ ਸਾਰੇ ਘਰਾਂ ਨੂੰ ਚਲੇ ਗਏ। ਮਾਲਿਕ ਬਿਨ ਦਿਨਾਰ ਕਹਿੰਦੇ ਨੇ ਸਾਰੇ ਲੋਕ ਚਲੇ ਗਏ ਤੇ ਮੈਂ ਇੱਕ ਕੋਨੇ ਦੇ ਵਿੱਚ ਉੱਥੇ ਹੀ ਅਜੇ ਬੈਠਾ ਸਾਂ। ਇੱਕ ਆਦਮੀ ਮਸਜਿਦ ਵਿੱਚ ਦਾਖਲ ਹੋਇਆ ਹੈ। ਉਹਨੇ ਇਰਦ ਗਿਰਦ ਦਾ ਜਾਇਜ਼ਾ ਲਿਆ ਵੀ ਕੋਈ ਆਦਮੀ ਉੱਥੇ ਮੌਜੂਦ ਨਹੀਂ, ਤੇ ਮਾਲਿਕ ਬਿਨ ਦਿਨਾਰ ਕਹਿੰਦੇ ਨੇ ਵੀ ਮੈਂ ਇੱਕ ਕੋਨੇ ਦੇ ਵਿੱਚ ਬੈਠਾ ਸਾਂ। ਉਸ ਬੰਦੇ ਦੀ ਨਜ਼ਰ ਮੇਰੇ ਤੇ ਨਹੀਂ ਪਈ, ਮੈਨੂੰ ਉਹਨੇ ਵੇਖਿਆ ਨਹੀਂ ਦਾ। ਉਹਨੇ ਵਜ਼ੂ ਕੀਤਾ, 2 ਰਕਤਾਂ ਨਫਲਾਂ ਦੀਆਂ ਪੜੀਆਂ ਨੇ, ਛੋਟੀਆਂ ਜਿਹੀਆਂ ਹਲਕੀਆਂ, ਜਿਵੇਂ ਅੱਜ ਕੱਲ੍ਹ ਦੇ ਮੁਸਲਮਾਨ ਪੜ੍ਹਦੇ ਨੇ। ਉਸ ਤੋਂ ਬਾਅਦ ਅੱਲਾਹ ਅੱਗੇ ਹੱਥ ਫੈਲਾ ਦਿੱਤੇ ਨੇ ਤੇ ਅੱਲਾਹ ਨੂੰ ਕਹਿੰਦੇ ਨੇ ਵੀ ਇਹ ਕਿੰਨੇ ਲੋਕ ਆਏ ਸੀ ਬਾਰਿਸ਼ ਮੰਗਣ ਵਾਸਤੇ ਤੇ ਉਹ ਦੁਆਵਾਂ ਕਰਦੇ ਰਹੇ ਨੇ ਤੇ ਐ ਅੱਲਾਹ ਤੂੰ ਬਾਰਿਸ਼ ਨਹੀਂ ਬਰਸਾਈ, ਤੇ ਮੈਨੂੰ ਇਹ ਪਤਾ ਹੈ ਵੀ ਤੂੰ ਕਿਉਂ ਨਹੀਂ ਬਰਸਾਈ, ਤੂੰ ਆਪਣੀ ਤਾਕਤ ਮਨਵਾਣਾ ਚਾਹਨਾ ਹੈ ਤੇ ਉਹਨਾਂ ਉੱਤੇ ਤੂੰ ਨਾਰਾਜ਼ ਹੈ। ਉਹਨਾਂ ਨੇ ਜਿਹੜੇ ਗੁਨਾਹ ਕੀਤੇ ਨੇ, ਜਿਹੜੀਆਂ ਨਾਫਰਮਾਨੀਆਂ ਕੀਤੀਆਂ ਨੇ, ਉਹਦੀ ਵਜ੍ਹਾ ਤੋਂ ਤੂੰ ਨਾਰਾਜ਼ ਹੈ ਤੇ ਇਸ ਵਾਸਤੇ ਤੂੰ ਬਾਰਿਸ਼ ਨਹੀਂ ਬਰਸਾਈ, ਤੂੰ ਬਾਰਿਸ਼ ਨੂੰ ਕਬਜ਼ ਕਰ ਲਿਆ ਤੇ ਅੱਲਾਹ ਤੂੰ ਬਾਰਿਸ਼ ਬਰਸਾ ਦੇਣੀ ਸੀ। ਉਹ ਆਏ ਤੇ ਗਏ ਸੀ ਮਸਜਿਦ ਦੇ ਵਿੱਚ ਤੇ ਤੇਰੀ ਤਾਕਤ ਨੂੰ ਉਹਨਾਂ ਤਸਲੀਮ ਤੱਕ ਕੀਤਾ ਸੀ, ਲੇਕਿਨ ਐ ਅੱਲਾਹ ਹੁਣ ਮੈਂ ਤੈਨੂੰ ਆਣਾ ਵੀ ਬਾਰਿਸ਼ ਬਰਸਾ ਦੇ, ਅਬੀ ਬਾਰਿਸ਼ ਬਰਸਾ ਦੇ, ਅਬੀ ਬਾਰਿਸ਼ ਬਰਸਾ, ਐ ਅੱਲਾਹ ਅਬੀ ਬਾਰਿਸ਼ ਬਰਸਾ। ਤੇ ਮਾਲਿਕ ਬਿਨ ਦਿਨਾਰ ਕਹਿੰਦੇ ਨੇ ਮੈਂ ਕੋਨੇ ਦੇ ਵਿੱਚ ਬੈਠਾ ਇਹ ਸਾਰਾ ਮਾਜਰਾ ਦੇਖ ਰਿਹਾ ਸਾਂ, ਅਚਾਨਕ ਮੁਸਲਾਧਾਰ ਬਾਰਿਸ਼ ਸ਼ੁਰੂ ਹੋ ਗਈ। ਕਾਫੀ ਦੇਰ ਬਾਰਿਸ਼ ਜਿਹੜੀ ਉਹ ਬਰਸਦੀ ਰਹੀ, ਉਸ ਤੋਂ ਬਾਅਦ ਬਾਰਿਸ਼ ਥੰਮ ਗਈ। ਉਹ ਆਦਮੀ ਜਲਦੀ ਜਲਦੀ ਬਾਹਰ ਨਿਕਲਿਆ
ਤੇ ਜੁੱਤੀ ਪਾ ਕੇ ਤੇ ਆਪਣੇ ਘਰ ਦਾ ਰਸਤਾ ਉਹਨੇ ਲਿਆ। ਤੇ ਮਾਲਕ ਬਿਨ ਦਿਨਾਰ ਕਹਿੰਦੇ ਨੇ, ਮੈਂ ਇਸ ਤਜੱਸਸ ਦੇ ਵਿੱਚ ਸਾਂ ਵੀ ਇਹ ਕੌਣ ਆਦਮੀ ਹੈ ਜਿੰਦੀ ਦੁਆ ਅੱਲਾ ਨੇ ਆਨਨ ਫਾਨਨ ਪੂਰੀ ਕਰ ਲਈ ਹੈ। ਤੇ ਦਿਲ ਦੇ ਵਿੱਚ ਮੈਂ ਇਹ ਜਿਹੜਾ ਆਪਣਾ ਤਹਈਆ ਕਰ ਲਿਆ ਵੀ ਇਹ ਬੰਦਾ ਕੋਈ ਅੱਲਾ ਵਾਲਾ ਹੈ ਤੇ ਅੱਲਾ ਦੇ ਬਹੁਤ ਹੀ ਕਰੀਬ ਹੈ। ਇਹਦੇ ਨਾਲ ਅੱਲਾ ਦਾ ਤੇ ਅੱਲਾ ਦਾ ਇਹਦੇ ਨਾਲ ਤੇ ਇਹਦਾ ਅੱਲਾ ਦੇ ਨਾਲ ਬੜਾ ਗਹਿਰਾ ਤਲਕ ਹੈ। ਮਾਲਕ ਬਿਨ ਦਿਨਾਰ ਕਹਿੰਦੇ ਨੇ ਵੀ ਮੈਂ ਉਸ ਆਦਮੀ ਦੇ ਪਿੱਛੇ ਪਿੱਛੇ ਜਾ ਰਿਹਾ। ਉਹ ਅਚਾਨਕ ਇੱਕ ਦਰਵਾਜ਼ਾ ਖੁੱਲਾ ਹੈ ਤੇ ਉਹਦੇ ਅੰਦਰ ਚਲਾ ਗਿਆ। ਮੈਂ ਵੀ ਜਾ ਕੇ ਦਰਵਾਜ਼ੇ ਦੇ ਸਾਹਮਣੇ ਖੜਾ ਹੋ ਗਿਆ ਤੇ ਉੱਥੇ ਇੱਕ ਬੰਦਾ ਖੜਾ ਹੈ। ਤੇ ਮੈਂ ਉਹਨੂੰ ਕਿਹਾ ਵੀ ਇਹ ਆਦਮੀ ਜਿਹੜਾ ਅੰਦਰ ਆਇਆ ਹੈ ਇਹ ਕੌਣ ਹੈ? ਉਸਨੇ ਕਿਹਾ ਵੀ ਇਹ ਮੇਰਾ ਗੁਲਾਮ ਹੈ। ਮਾਲਕ ਬਿਨ ਦਿਨਾਰ ਉਸ ਨੂੰ ਕਹਿੰਦੇ ਨੇ ਵੀ ਅਗਰ ਤੂੰ ਆਪਣਾ ਇਹ ਗੁਲਾਮ ਫਰੋਖਤ ਕਰਨਾ ਹੈ ਤੇ ਮੈਂ ਇਹਦਾ ਖਰੀਦਦਾਰ ਹਾਂ, ਮੈਨੂੰ ਦੇ ਦੇ। ਉਹ ਆਦਮੀ ਕਹਿੰਦਾ ਹੈ ਵੀ ਅਗਰ ਮੈਂ ਇਹ ਗੁਲਾਮ ਫਰੋਖਤ ਕਰਾਂ ਤੇ ਮੈਂ ਇੱਕ ਬੜਾ ਵੱਡਾ ਧੋਖੇਬਾਜ਼ ਹਾਂ। ਇਹ ਜਿਹੜਾ ਮੇਰਾ ਗੁਲਾਮ ਹੈ ਇਹ ਕੰਮ ਨਹੀਂ ਕਰ ਸਕਦਾ, ਇਹ ਲੇਬਰ ਦਾ ਵੀ ਕੰਮ ਨਹੀਂ ਕਰ ਸਕਦਾ, ਇਹਦੇ ਤੋਂ ਦਿਮਾਗੀ ਕੰਮ ਵੀ ਨਹੀਂ ਹੁੰਦਾ। ਇਹ ਬਿਲਕੁਲ ਬੇਕਾਰ ਆਦਮੀ ਹੈ, ਕਿਸੇ ਕੰਮ ਦਾ ਆਦਮੀ ਨਹੀਂ ਦਾ, ਤੇ ਤੂੰ ਇਹਨੂੰ ਲੈ ਕੇ ਕੀ ਕਰਨਾ? ਮਾਲਕ ਬਿਨ ਦਿਨਾਰ ਉਸ ਨੂੰ ਕਹਿੰਦੇ ਨੇ ਵੀ ਇਹ ਸਾਰੀਆਂ ਗੱਲਾਂ ਮੈਨੂੰ ਮਨਜ਼ੂਰ ਨੇ, ਤੁਸੀਂ ਜਿੰਨੇ ਪੈਸੇ ਲੈਣੇ ਨੇ ਮੁਨਾਸਬ ਤੇ ਉਹ ਮੇਰੇ ਕੋਲੋਂ ਲੈ ਲਵੋ ਤੇ ਤੁਸੀਂ ਇਹ ਮੈਨੂੰ ਦੇ ਦਿਓ। ਉਹ ਆਦਮੀ ਰਜ਼ਾਮੰਦ ਹੋ ਗਿਆ, ਉਹਨੇ ਥੋੜੀ ਜਿਹੀ ਕੀਮਤ ਲੈ ਲਈ ਤੇ ਉਹ ਗੁਲਾਮ ਜਿਹੜਾ ਹੈ ਨਾ ਮਾਲਕ ਬਿਨ ਦਿਨਾਰ ਨੂੰ ਦੇ ਦਿੱਤਾ। ਹੁਣ ਮਾਲਕ ਬਿਨ ਦਿਨਾਰ ਆਪਣੇ ਗੁਲਾਮ ਨੂੰ ਲੈ ਕੇ ਤੇ ਆ ਰਹੇ। ਮਾਲਕ ਬਿਨ ਦਿਨਾਰ ਉਸ ਬੰਦੇ ਦਾ ਹੁਲੀਆ ਬਿਆਨ ਕਰਦੇ ਨੇ ਵੀ ਉਹ ਮਧਰੇ ਕੱਦ ਦਾ ਸੀ, ਰੰਗ ਉਹਦਾ ਕਾਲਾ ਸੀ, ਬੁੱਲ ਉਹਦੇ ਮੋਟੇ ਮੋਟੇ ਸੀ ਤੇ ਉਹਦਾ ਪੇਟ ਵੀ ਜਿਹੜਾ ਹੈ ਨਾ ਉਹ ਵਧਿਆ ਹੋਇਆ ਸੀ ਗਲਾਈ ਦੇ ਨਾਲ। ਮਾਲਕ ਬਿਨ ਦਿਨਾਰ ਜਿਹੜੇ ਨੇ ਉਹ ਕਹਿੰਦੇ ਨੇ ਜ਼ਾਹਿਰੀ ਸ਼ਕਲੋ ਸੂਰਤ ਵੀ ਉਹਦੀ ਏਡੀ ਖਾਸ ਨਹੀਂ ਸੀ। ਤੇ ਰਸਤੇ ਦੇ ਵਿੱਚ ਉਹ ਗੁਲਾਮ ਜਿਹੜਾ ਹੈ ਮਾਲਕ ਬਿਨ ਦਿਨਾਰ ਨੂੰ ਕਹਿੰਦਾ ਹੈ ਵੀ ਐ ਮੇਰੇ ਮਾਲਕ, ਤੁਸੀਂ ਮੈਨੂੰ ਕਾਹਦੇ ਵਾਸਤੇ ਖਰੀਦਿਆ? ਮੈਂ ਤੇ ਇੱਕ ਬੇਕਾਰ ਆਦਮੀ ਆ। ਮਾਲਕ ਬਿਨ ਦਿਨਾਰ ਉਸ ਗੁਲਾਮ ਨੂੰ ਕਹਿੰਦੇ ਨੇ ਜਿਹੜਾ ਉਹ ਕੱਲ ਵਾਲਾ ਵਾਕਿਆ ਹੈ ਮਸਜਿਦ ਵਿੱਚ ਜਿਹੜੀ ਤੁਸੀਂ ਦੁਆ ਕੀਤੀ ਸੀ ਤੇ ਅੱਲਾ ਨੇ ਆਨਨ ਫਾਨਨ ਉਹ ਦੁਆ ਕਬੂਲ ਕਰਕੇ ਤੇ ਉਸੇ ਵਕਤ ਹੀ ਬਾਰਿਸ਼ ਜਿਹੜੀ ਉਹ ਨਾਜ਼ਿਲ ਕਰ ਦਿੱਤੀ ਸੀ। ਮੈਂ ਉਸ ਵਾਕਿਏ ਦੀ ਵਜ੍ਹਾ ਤੋਂ ਤੁਹਾਨੂੰ ਪਸੰਦ ਕੀਤਾ ਹੈ ਤੇ ਮੈਂ ਤੁਹਾਨੂੰ ਖਰੀਦ ਲਿਆ, ਮੈਂ ਤੁਹਾਡੇ ਕੋਲ ਕੰਮ ਕੁਮ ਕੋਈ ਨਹੀਂ ਕਰਾਉਂਦਾ। ਉਹ ਗੁਲਾਮ ਕਹਿੰਦਾ ਹੈ ਵੀ ਮੈਂ ਤਾਂ ਕੋਈ ਨਹੀਂ ਸਾਂ, ਕੋਈ ਹੋਰ ਬੰਦਾ ਹੋਵੇਗਾ, ਸਾਡੇ ਕੋਲੋਂ ਸਹੀ ਪਛਾਣਿਆ ਨਹੀਂ ਗਿਆ। ਮਾਲਕ ਬਿਨ ਦਿਨਾਰ ਕਹਿੰਦੇ ਨੇ ਮੈਂ ਬਿਲਕੁਲ ਅੱਛੀ ਤਰ੍ਹਾਂ ਪਹਿਚਾਣ ਲਿਆ ਹੈ, ਮੈਂ ਤੇਰੇ ਪਿੱਛੇ ਪਿੱਛੇ ਘਰ ਤੱਕ ਗਿਆ ਸਾਂ, ਉਹ ਬਿਲਕੁਲ ਤੂੰ ਹੀ ਉਹ ਆਦਮੀ ਹੈ ਜਿਨਨੇ ਅੱਲਾ ਅੱਗੇ ਦੁਆ ਕੀਤੀ ਸੀ ਤੇ ਫੌਰਨ ਬਾਰਿਸ਼ ਨਾਜ਼ਲ ਹੋ ਗਈ ਸੀ। ਉਹ ਗੁਲਾਮ ਕਹਿੰਦਾ ਹੈ ਵੀ ਬਿਲਕੁਲ ਤੁਸੀਂ ਮੈਨੂੰ ਪਹਿਚਾਣ ਲਿਆ? ਬਜ਼ੁਰਗਾਂ ਨੇ ਕਿਹਾ ਵੀ ਹਾਂ ਜੀ ਬਿਲਕੁਲ ਮੈਂ ਤੁਹਾਨੂੰ ਪਹਿਚਾਣ ਲਿਆ, ਉਹ ਮੈਂ ਹੀ ਸਾਂ ਜੀ ਜਿਹੜਾ ਦੁਆ ਕੀਤੀ ਸੀ ਤੇ ਬਾਰਿਸ਼ ਨਾਜ਼ਲ ਹੋ ਗਈ ਸੀ। ਮਾਲਕ ਬਿਨ ਦਿਨਾਰ ਨੇ ਕਿਹਾ ਵੀ ਬਿਲਕੁਲ ਉਹ ਤੁਸੀਂ ਸਾਜੇ। ਇਹ ਗੱਲ ਸੁਣ ਕੇ ਤੇ ਉਹ ਗੁਲਾਮ ਫਿਲ ਫੌਰ ਉਸੇ ਵਕਤ ਸਜਦੇ ਦੇ ਵਿੱਚ ਗਿਰ ਗਿਆ ਤੇ ਸਜਦੇ ਦੇ ਵਿੱਚ ਅੱਲਾ ਅੱਗੇ ਦੁਆ ਕਰ ਰਿਹਾ ਹੈ ਤੇ ਅੱਲਾ ਨੂੰ ਕਹਿ ਰਿਹਾ ਹੈ ਵੀ ਐ ਅੱਲਾ, ਤੇਰੇ ਨਾਲ ਇੱਕ ਮੇਰਾ ਬੜਾ ਗਹਿਰਾ ਤਲਕ ਸੀ ਜਿਹੜਾ ਦੁਨੀਆ ਤੋਂ ਪਰਦੇ ਦੇ ਵਿੱਚ ਸੀ। ਕਿਸੇ ਨੂੰ ਇਸ ਗੱਲ ਦਾ ਨਹੀਂ ਸੀ ਪਤਾ ਵੀ ਤੁਹਾਡਾ ਤੇ ਮੇਰਾ ਕੀ ਤਲਕ ਹੈ, ਲੇਕਿਨ ਹੁਣ ਇਹ ਪਰਦਾ ਜਿਹੜਾ ਇਹ ਫਾਸ਼ ਹੋ ਗਿਆ, ਇਹ ਖਬਰ ਲੋਕਾਂ ਤੱਕ ਪਹੁੰਚ ਜਾਏਗੀ ਤੇ ਲਿਹਾਜ਼ਾ ਇਸ ਖਬਰ ਦੇ ਆਮ ਹੋਣ ਤੋਂ ਪਹਿਲੋਂ ਐ ਅੱਲਾ ਮੇਰੀ ਰੂਹ ਕਬਜ਼ ਕਰ ਲੈ
ਮੈਨੂੰ ਆਪਣੇ ਕੋਲ ਬੁਲਾ ਲੈ। ਲੋ ਉਹਦੀ ਇਹ ਦੁਆ ਕਰਨ ਸੀ ਤੇ ਮੈਂ ਦੇਖਿਆ ਵੀ ਉਹ ਸਜਦੇ ਦੀ ਹਾਲਤ ਦੇ ਵਿੱਚ ਹੀ ਅੱਲਾ ਨੂੰ ਪਿਆਰਾ ਹੋ ਗਿਆ ਤੇ ਫੌਤ ਹੋ ਗਿਆ, ਉਹਦੀ ਰੂਹ ਕਬਜ਼ ਹੋ ਗਈ। ਲੋਕਾਂ ਨੂੰ ਦੱਸਿਆ ਵੀ ਇਹ ਇੱਕ ਹੀ ਬੰਦੇ ਦੀਆਂ ਦੋ ਦੁਆਵਾਂ ਸੀ ਜਿਹੜੀਆਂ ਮੇਰੇ ਸਾਹਮਣੇ ਕਬੂਲ ਹੋਈਆਂ ਨੇ ਤੇ ਮੇਰੇ ਸਾਹਮਣੇ ਹੀ ਉਹਨੇ ਮੰਗੀਆਂ ਸੀ ਤੇ ਫਿਲ ਫੌਰ ਕਬੂਲ ਹੋਈਆਂ। ਗੱਲ ਕਰਨ ਦਾ ਮਕਸਦ ਇਹ ਸੀ ਵੀ ਜਦੋਂ ਅੱਲਾ ਕੋਲੋਂ ਅਸੀਂ ਮੰਗਣਾ ਹੈ ਤੇ ਆਪਣਾ ਤਲਕ ਅੱਲਾ ਦੇ ਨਾਲ ਮਜ਼ਬੂਤ ਕਰਨਾ ਹੈ, ਬਿਲਕੁਲ 100% ਪੂਰੀ ਉਮੀਦ ਰੱਖਣੀ ਹੈ ਵੀ ਅੱਲਾਹ ਤਾਲਾ ਇਹ ਦੇਣ ਵਾਲੇ ਨੇ। ਜਦੋਂ ਇਹ ਤਲਕ ਮਜ਼ਬੂਤ ਹੋ ਜਾਏਗਾ ਉਦੋਂ ਸਾਡੀਆਂ ਵੀ ਦੁਆਵਾਂ ਅੱਲਾ ਇਸ ਤਰ੍ਹਾਂ ਹੀ ਕਬੂਲ ਕਰੇਗਾ। ਜਿੰਨਾ ਜਿੰਨਾ ਤਲਕ ਸਾਡਾ ਕਮਜ਼ੋਰ ਹੁੰਦਾ ਜਾਏਗਾ ਤੇ ਉਵੇਂ ਉਵੇਂ ਸਾਡੀਆਂ ਦੁਆਵਾਂ ਜਿਹੜੀਆਂ ਉਹਨਾਂ ਵਿੱਚ ਤਖੀਰ ਆਵੇਗੀ। ਅਸਲਾਮੁ ਅਲੈਕੁਮ ਵਰਹਿਮਤੁल्लाह।